ਸਤਿ ਸ਼੍ਰੀ ਅਕਾਲ। ਵਰਲਡ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਛੁਰੇਬਾਜ਼ੀ ਦੀ ਘਟਨਾ, ਇੱਕ ਦੀ ਮੌਤ ਤੇ 2 ਵਿਅਕਤੀ ਜ਼ਖਮੀ। ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ। ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ 11 ਪਰਬਤ ਆਰੋਹੀਆਂ ਦੀ ਮੌਤ। ਇਲਾਕੇ ਦੇ ਵਿੱਚ ਹਾਈ ਅਲਰਟ। ਨੇੜੇ ਇਲਾਕੇ ਦੇ ਵਿੱਚ ਆਵਾਜਾਈ ਉੱਤੇ ਲੱਗੀ ਰੋਕ। ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਸਰਹੱਦੀ ਲਾਂਘੇ ਨੂੰ ਕੀਤਾ ਗਿਆ ਬੰਦ। ਬਿਨਾਂ ਪਾਸਪੋਰਟ ਤੇ ਵੀਜ਼ਾ ਦੇ ਅਫਗਾਨ ਨਾਗਰਿਕਾਂ ਨੂੰ ਸਰਹੱਦ ਪਾਰ ਨਹੀਂ ਮਿਲੇਗਾ ਦਾਖਲਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੈਰਿਸ 'ਚ ਆਈਫਲ ਟਾਵਰ ਨੇੜੇ ਇੱਕ ਹਮਲਾਵਰ ਨੇ ਕੁਝ ਪੈਦਲ ਚੱਲਣ ਵਾਲੇ ਵਿਅਕਤੀਆਂ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 2 ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 2 ਜ਼ਖਮੀ ਹੋਏ ਨੇ। ਮੰਤਰੀ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆ ਗਈ ਹੈ ਤੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਦੇ ਮੁਤਾਬਕ ਇਹ ਘਟਨਾ ਪੈਰਿਸ ਦੇ ਕਵੇਈ ਡੇ ਗ੍ਰਿੰਡੇ ਦੇ ਆਸ-ਪਾਸ ਵਾਪਰੀ ਹੈ। ਮੰਤਰੀ ਨੇ ਦੱਸਿਆ ਹੈ ਕਿ ਹਮਲੇ 'ਚ ਜ਼ਖਮੀ ਵਿਅਕਤੀ ਨੂੰ ਇਲਾਜ ਦੇ ਲਈ ਭੇਜਿਆ ਗਿਆ ਹੈ। ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਨਿਊਜ਼ ਏਜੰਸੀ AFP ਨੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਹਮਲਾ ਕਰਨ ਵਾਲੇ ਸ਼ੱਕੀ ਨੇ ਅੱਲਾਹੂ ਅਕਬਰ ਦੇ ਨਾਅਰੇ ਲਗਾਏ। ਹਾਲਾਂਕਿ ਏਜੰਸੀ ਰਾਈਟਰਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ। ਨਾਲ ਹੀ ਇੱਕ ਪੁਲਿਸ ਸੂਤਰ ਨੇ ਦੱਸਿਆ ਹੈ ਕਿ ਹਮਲਾਵਰ ਕੱਟੜਪੰਥੀ ਇਸਲਾਮ ਦਾ ਪੈਰੋਕਾਰ ਹੈ ਤੇ ਮਾਨਸਿਕ ਤੌਰ ਤੇ ਬਿਮਾਰ ਹੈ। ਇਸ ਦੌਰਾਨ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਹੈ ਕਿ ਅਜੇ ਤੱਕ ਜਾਂਚ ਦਾ ਚਾਰਜ ਨਹੀਂ ਸੌਂਪਿਆ ਗਿਆ। COP28 ਪ੍ਰੈਜ਼ੀਡੈਂਸੀ ਨੇ ਰਸਮੀ ਤੌਰ ਤੇ ਜਲਵਾਯੂ ਰਾਹਤ, ਰਿਕਵਰੀ ਅਤੇ ਸ਼ਾਂਤੀ ਤੇ ਸਮਰਥਨ ਦੇ ਆਪਣੇ COP28 ਦੁਬਈ ਘੋਸ਼ਣਾ ਪੱਤਰ ਨੂੰ ਉਜਾਗਰ ਕੀਤਾ ਹੈ। ਇਸ ਘੋਸ਼ਣਾ ਪੱਤਰ ਦੇ ਵਿੱਚ ਨਾਜ਼ੁਕ ਅਤੇ ਸੰਘਰਸ਼ ਪ੍ਰਭਾਵਿਤ ਦੇਸ਼ਾਂ ਅਤੇ ਭਾਈਚਾਰਿਆਂ ਨੂੰ ਜਲਵਾਯੂ ਪ੍ਰਭਾਵਾਂ ਪ੍ਰਤੀ ਲਚਕੀਲਾ ਬਣਾਉਣ ਲਈ ਵਿਸ਼ਵ ਵਿਆਪੀ ਯਤਨਾਂ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਕੇਂਦਰਿਤ ਨੇ। ਇਸ ਘੋਸ਼ਣਾ ਪੱਤਰ ਦਾ 70 ਦੇਸ਼ਾਂ ਤੇ 39 ਸੰਸਥਾਵਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਹੈ। In this session, and I would love to thank the initiative of having this declaration on peace, recovery and relief, especially for us coming from most conflicted countries in the world. I would like to just highlight that countless numbers of people and lives in Yemen, Syria, Palestine, Somalia and Sudan are being affected by climate crisis. And having me today among this panelists just remind me of these people and their stories with the floods, droughts and displacement, and that was basically the reason that urged me to act, and not only to amplify their voices but only to turn their stories and their suffering into solutions. Living in one of the conflicted areas doesn't give us that space to have climate change solutions, and doesn't give us even the opportunities to work against climate change. And me coming from Yemen, which is a country that 70% of people are food insecure, having climate change issue is not like something that we do care. They consider it as a secondary issue, so they're not even giving us the space. However, with the unstoppable power that we do have within the young people in our country, we managed to conduct the first local conference of youth on climate change and environmental issues, and we targeted 400 young people with the resources and knowledge that they need to face the climate change and to represent their voices. And happily, proudly, I would say that we do have 3 of our Yemeni colleagues from Yemen, Ghadir, Amir, Mustafa, Muhammad. They're participating in the regional COIs and the global COI, and they are participating today with us in the Conference of Party, which is considered one thing that I would be so proud. And one other thing we managed, after being stopped several times, taken into consideration the political concerns that we're facing in our country, we managed to bring all stakeholders in the same table.
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ 11 ਪਰਬਤ ਆਰੋਹੀਆਂ ਦੀ ਮੌਤ ਹੋ ਗਈ ਹੈ। ਬਚਾਅ ਅਧਿਕਾਰੀ ਦੇ ਮੁਤਾਬਿਕ ਪੱਛਮੀ ਸੁਮਾਤਰਾ ਦੇ ਵਿੱਚ ਮਾਰਾਪੀ ਜਵਾਲਾਮੁਖੀ ਫਟਣ ਨਾਲ ਘੱਟੋ-ਘੱਟ 11 ਪਰਬਤ ਆਰੋਹੀਆਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਦੇ ਕਰਕੇ 12 ਹੋਰ ਲਾਪਤਾ ਲੋਕਾਂ ਦੀ ਭਾਲ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਸੀ। ਖੋਜ ਤੇ ਬਚਾਅ ਦਲ ਦੇ ਬੁਲਾਰੇ ਜੋਡੀ ਹਰਿਆਵਨ ਨੇ ਕਿਹਾ ਹੈ ਕਿ 11 ਪਰਬਤ ਆਰੋਹੀਆਂ ਦੀਆਂ ਲਾਸ਼ਾਂ ਤੇ 3 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਧਮਾਕੇ ਸਮੇਂ ਇਲਾਕੇ ਦੇ ਵਿੱਚ 75 ਲੋਕ ਮੌਜੂਦ ਸੀ। ਐਤਵਾਰ ਨੂੰ 2891 ਮੀਟਰ ਉੱਚਾ ਜਵਾਲਾਮੁਖੀ ਫਟਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਨੂੰ ਉੱਚੇ ਪੱਧਰ ਤੇ ਵਧਾ ਦਿੱਤਾ ਹੈ ਤੇ ਨਿਵਾਸੀਆਂ ਦੀ ਆਵਾਜਾਈ ਤੇ ਵੀ ਰੋਕ ਲਗਾ ਦਿੱਤੀ ਗਈ। ਵੀਡੀਓ ਫੁਟੇਜ ਦੇ ਵਿੱਚ ਦਿਖਾਇਆ ਗਿਆ ਹੈ ਕਿ ਜਵਾਲਾਮੁਖੀ ਦਾ ਰਾਖ ਦਾ ਵਿਸ਼ਾਲ ਪੂਰੇ ਆਸਮਾਨ ਦੇ ਵਿੱਚ ਫੈਲਿਆ ਹੋਇਆ ਹੈ ਤੇ ਕਾਰਾਂ ਤੇ ਸੜਕਾਂ ਸੁਆਹ ਦੇ ਨਾਲ ਢੱਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ। 49 ਪਰਬਤ ਆਰੋਹੀਆਂ ਨੂੰ ਤੜਕੇ ਖੇਤਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਕਈਆਂ ਦੇ ਸੜਨ ਦੇ ਕਾਰਨ ਇਲਾਜ ਵੀ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਰਾਪੀ ਸੁਮਾਤਰਾ ਟਾਪੂ ਤੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀਆਂ ਦੇ ਵਿੱਚੋਂ ਇੱਕ ਹੈ ਅਤੇ ਇਸ ਦਾ ਸਭ ਤੋਂ ਖਤਰਨਾਕ ਵਿਸਫੋਟ ਅਪ੍ਰੈਲ 1979 ਦੇ ਵਿੱਚ ਹੋਇਆ ਸੀ, ਜਦੋਂ 60 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਇਹ ਜਨਵਰੀ ਤੇ ਫਰਵਰੀ ਦੇ ਵਿਚਕਾਰ ਫਟਿਆ ਤੇ ਸਿਖਰ ਤੋਂ ਲਗਭਗ 75 ਮੀਟਰ ਅਤੇ 1000 ਮੀਟਰ ਦੀ ਦੂਰੀ ਤੱਕ ਸੁਆਹ ਸੁੱਟ ਰਿਹਾ ਸੀ। ਜਵਾਲਾਮੁਖੀ ਏਜੰਸੀ ਦੇ ਮੁਤਾਬਿਕ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੀ ਰਿੰਗ ਆਫ ਫਾਇਰ ਤੇ ਸਥਿਤ ਹੈ ਅਤੇ ਇਸ ਦੇ ਵਿੱਚ 127 ਸਰਗਰਮ ਜਵਾਲਾਮੁਖੀ ਨੇ। ਇਜ਼ਰਾਈਲ ਦੇ ਟੇਲ ਅਵੀਵ ਵਿੱਚ ਹਜ਼ਾਰਾਂ ਇਜ਼ਰਾਈਲੀਆਂ ਦੇ ਵੱਲੋਂ ਇੱਕ ਰੈਲੀ ਕੱਢੀ ਗਈ, ਜਿਸ ਦੇ ਵਿੱਚ ਹਮਾਸ ਦੀ ਕੈਦ ਵਿੱਚ ਫਸੇ ਇਜ਼ਰਾਈਲੀਆਂ ਨੂੰ ਬਚਾਉਣ ਦੀ ਮੰਗ ਕੀਤੀ ਗਈ। ਇਜ਼ਰਾਈਲ ਹਮਾਸ ਯੁੱਧ ਕਾਰਨ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ਦੇ ਵਿੱਚ ਮੁੜ ਤੋਂ ਸ਼ੁਰੂ ਹੋਈ ਬੰਬਾਰੀ ਦਾ ਵਿਰੋਧ ਕੀਤਾ ਅਤੇ 130 ਇਜ਼ਰਾਈਲੀ ਕੈਦੀਆਂ ਦੀ ਰਿਹਾਈ ਨਾ ਹੋਣ ਪਿੱਛੇ ਗਾਜ਼ਾ ਉੱਤੇ ਇਜ਼ਰਾਈਲ ਦੇ ਤਸ਼ੱਦਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਡਿਫੈਂਸ ਫੋਰਸ ਦੇ ਕਿਰਿਆ ਮਿਲਟਰੀ ਬੇਸ ਦੇ ਦੁਆਲੇ ਮਾਰਚ ਵੀ ਕੀਤਾ। I'm here like every week to show that we are not backing down and we want all the hostages back. It's a nightmare for us that our family is still in captive, still in Gaza. Although some of our family members came back to Israel this week, at least 3 of them are here, but 2 more are still in Gaza, and we came here in order to stand with them and fight for them returning to Israel. Please release not only 10 each time. Please include also the males, also the young children, also the other women who are inside. I would love for there to be a truce, but I'd love to see a 10-month-old home. I'd love to see his brother, a toddler, home. I'd love to see young women not used as sexual objects home. And then we can discuss a truce. Everything that's been heard about the sexual abuse is just crazy. ਆਸਟ੍ਰੇਲੀਆ ਦੀ ਫੈਡਰਲ ਲੇਬਰ ਸੰਸਦ ਮੈਂਬਰ ਪੇਟਾ ਮਰਫੀ ਦੀ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ 50 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਹਨਾਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮਰਫੀ ਨੂੰ ਭਰੇ ਮਨ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਹੀ ਬ੍ਰੈਸਟ ਕੈਂਸਰ ਕਾਰਨ ਹੋਈ ਮਰਫੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। A short time ago, Peter Murphy passed away at home, which was her wish. Her husband of 24 years, Rod, was with her, along with her parents and her sisters. Every one of us in the Labor family is brokenhearted by the death of our beloved Peter Murphy. At this saddest of times, we offer our deepest sympathies to her loving husband, Rod. They were together for 24 years, and all her family. Peter Murphy was brave, she was courageous, and she was loved. Peter Murphy was the strongest of local members, the most inspiring of colleagues, and the very best kind of friend. To attend a community event with Peter was to bask in her glow. Like all of us who served alongside her, the people Peter represented admired her determination, they respected her passion,
and they responded above all to her absolute authenticity. It was always clear just how much Peta cared for her community, her colleagues, and our country. She helped lead the charge for important reforms like reducing the harm from online gambling, because she understood the greatest privilege of public office is the opportunity to make a difference. From the squash court to the law courts to the House of Representatives, everything that Peta Murphy did, she did with her whole heart. And what a warm, generous, strong and proud Labor heart she had. Right up to last week, she insisted on coming to Parliament. She asked questions in this House. ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਹਫ਼ਤੇ ਦੇ ਅੰਤ ਤੱਕ ਮੈਡੀਕਲ ਕੇਂਦਰਾਂ, ਸਕੂਲਾਂ ਅਤੇ ਪੂਜਾ ਸਥਾਨਾਂ ਨੂੰ 70 ਚਿੰਤਾਜਨਕ ਈਮੇਲਾਂ ਭੇਜੀਆਂ ਗਈਆਂ, ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੂਰੇ ਨਵੰਬਰ ਮਹੀਨੇ ਦੀ ਕੁੱਲ ਧਮਕੀਆਂ ਦੀ ਗਿਣਤੀ 70 ਰਹੀ ਹੈ। ਕਾਰਜਕਾਰੀ ਸਹਾਇਕ ਪੁਲਿਸ ਕਮਿਸ਼ਨਰ ਨਾਇਲਾ ਹਸਨ ਨੇ ਕਿਹਾ ਹੈ ਕਿ ਸਾਈਬਰ ਕ੍ਰਾਈਮ ਯੂਨਿਟ ਇਹ ਪਤਾ ਲਗਾਉਣ ਦੇ ਲਈ ਅਣਥੱਕ ਕੰਮ ਕਰ ਰਹੀ ਹੈ ਕਿ ਧਮਕੀਆਂ ਕਿੱਥੋਂ ਆ ਰਹੀਆਂ ਨੇ। उन्होंने आख्या कि साडी साइबर क्राइम यूनिट पिछले हफ्ते तो यह पता लगाउण लई सख्त मेहनत कर रही है कि धमकियां दे पिछे आखिर जिम्मेवार कौन है। Look, there was approximately 70 about a week ago, and as you said, they were received by schools, places of worship, medical centres and courthouses. Over the weekend, we've received another approximately 30. 20 of those are to medical centres and a further 10 to places of worship. In relation to evacuation, we don't advise anyone to evacuate or not. That is determined by each specific organisation depending on the circumstances and the information they have between us. So I'm unsure of those details. However, I do accept that some organisations choose to respond differently than others. We understand these are all from the same source. We do believe, again, it's from an international source. At this stage, we are confident there is no actual threat. Having said that, we acknowledge that those that are receiving them it's extremely unsettling and concerning for them. These emails are not targeted at any specific community or specific group. We're not sure yet, Ryan. We do believe it is from overseas. We're working, our cyber crime unit is working really hard and have been for the last week with the last lot and now this lot to identify who is responsible. We work with international partners and also they work with international internet service providers. It is a complex, really complex environment, you know, this environment where emails are sent, so it's difficult to prevent them, but as soon as we find out the source, we can connect with those responsible and with a view to preventing it happening in future. But it is a very complex environment. I wouldn't be as general as that, Ryan. I think we do need to apply the appropriate level of caution when these emails are received, and it's up to the schools to decide how they respond. When we receive them, we get to collate them and identify they're from the same source. ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਇੱਕ ਮੁੱਖ ਸਰਹੱਦੀ ਲਾਂਘੇ ਨੂੰ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਅਫਗਾਨ ਨਾਗਰਿਕਾਂ ਲਈ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਪਾਕਿਸਤਾਨੀ ਸਰਕਾਰ ਨੇ ਅਫਗਾਨ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਯਤਨ ਤੇਜ਼ ਕਰ ਦਿੱਤੇ ਨੇ। ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਨੇ ਵੀਜ਼ਾ ਅਤੇ ਪਾਸਪੋਰਟ ਸਮੇਤ ਢੁਕਵੇਂ ਦਸਤਾਵੇਜ਼ਾਂ ਦੀ ਘਾਟ ਵਾਲੇ ਲੋਕਾਂ ਲਈ ਤੋਰਖਮ ਸਰਹੱਦ ਨੂੰ ਬੰਦ ਕਰਨ ਦੀ ਪੁਸ਼ਟੀ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਬਿਨਾਂ ਪਾਸਪੋਰਟ ਤੇ ਵੀਜ਼ਾ ਦੇ ਲੋਕਾਂ ਨੂੰ ਕ੍ਰੋਸਿੰਗ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹਜ਼ਾਰਾਂ ਅਫਗਾਨੀਆਂ ਦੀ ਸਾਲਾਨਾ ਆਮਦ ਦੇ ਮੱਦੇਨਜ਼ਰ ਇਹ ਫੈਸਲਾ ਖਾਸ ਤੌਰ ਤੇ ਮਹੱਤਵਪੂਰਨ ਹੈ, ਖਾਸ ਤੌਰ ਤੇ ਉਹ ਲੋਕ ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਅਤੇ ਪਾਕਿਸਤਾਨ ਸਮੇਤ ਗਵਾਂਢੀ ਦੇਸ਼ਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਂਦੇ ਨੇ। ਸਰਹੱਦੀ ਕੰਟਰੋਲ ਨੂੰ ਸਖਤ ਕਰਨ ਅਤੇ ਅਫਗਾਨ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਪਾਕਿਸਤਾਨ ਦਾ ਹਾਲ ਹੀ ਦਾ ਕਦਮ ਮਨੁੱਖੀ ਅਧਿਕਾਰਾਂ ਦੀ ਤਬਾਹੀ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਵੱਲੋਂ ਕੱਢੇ ਜਾਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਪਹਿਲਾਂ ਕੀਤੇ ਗਏ ਸੱਦੇ ਨਾਲ ਮੇਲ ਖਾਂਦਾ ਹੈ। ਅਫਗਾਨ ਪ੍ਰਵਾਸੀਆਂ ਨੂੰ ਕਠੋਰ ਸਰਦੀਆਂ ਦੇ ਵਿਚਕਾਰ ਕੱਢਣਾ ਜਾਰੀ ਹੈ। ਅਫਗਾਨਿਸਤਾਨ ਦੇ ਵਿੱਚ ਪਹਿਲਾਂ ਹੀ ਭਿਆਨਕ ਮਾਨਵਤਾਵਾਦੀ ਸੰਕਟ ਮੁਸ਼ਕਿਲਾਂ ਵਧਾ ਰਿਹਾ ਹੈ। ਅਫਗਾਨ ਪ੍ਰਵਾਸੀ ਚੁਣੌਤੀਪੂਰਨ ਸਥਿਤੀਆਂ ਦੇ ਨਾਲ ਜੂਝ ਰਹੇ ਨੇ, ਖਾਸ ਤੌਰ ਤੇ ਗੰਭੀਰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਜੋ ਦੇਸ਼ ਵਿੱਚ ਗੰਭੀਰ ਮਾਨਵਤਾਵਾਦੀ ਸਥਿਤੀ ਨੂੰ ਹੋਰ ਵਧਾ ਰਹੀ ਹੈ।
ਇਨ੍ਹਾਂ ਘਟਨਾਵਾਂ ਦੇ ਜਵਾਬ ਦੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰ ਕਾਰਕੁਨ ਦੇ ਵੱਲੋਂ ਦਾਇਰ ਕੀਤੀ ਇੱਕ ਪਟੀਸ਼ਨ ਦੀ ਸਮੀਖਿਆ ਵੀ ਸ਼ੁਰੂ ਕੀਤੀ ਹੈ। ਰਿਪੋਰਟਾਂ ਦੇ ਮੁਤਾਬਿਕ ਪਟੀਸ਼ਨ ਦੇ ਵਿੱਚ ਸਥਿਤੀ ਦੇ ਚੱਲ ਰਹੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਪਹਿਲੂਆਂ ਨੂੰ ਉਜਾਗਰ ਕਰਦੇ ਹੋਏ ਪਾਕਿਸਤਾਨ ਨੂੰ ਅਫਗਾਨ ਸ਼ਰਨਾਰਥੀਆਂ ਨੂੰ ਕੱਢਣਾ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਹਾਂਗਕਾਂਗ ਦੀਆਂ ਮਸ਼ਹੂਰ ਲੋਕਤੰਤਰ ਪੱਖੀ ਕਾਰਕੁਨਾਂ ਦੇ ਵਿੱਚੋਂ ਇੱਕ ਐਗਨਸ ਚੋ ਅਗਲੇਰੀ ਪੜ੍ਹਾਈ ਦੇ ਲਈ ਕੈਨੇਡਾ ਪਹੁੰਚ ਗਈ ਹੈ। ਚਾਓ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਸ਼ਹਿਰ ਵਾਪਸ ਨਹੀਂ ਜਾਵੇਗੀ। ਹਾਂਗਕਾਂਗ ਦੇ ਵਿੱਚ ਲੋਕਤੰਤਰ ਪੱਖੀ ਅੰਦੋਲਨ ਵਿੱਚ ਇੱਕ ਪ੍ਰਮੁੱਖ ਨੌਜਵਾਨ ਚਿਹਰਾ ਰਹੀ ਐਗਨਸ ਨੂੰ 2020 ਦੇ ਵਿੱਚ ਚੀਨ ਵੱਲੋਂ ਲਗਾਏ ਗਏ ਇੱਕ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਾਰਵਾਈ 2019 ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੀ ਗਈ। ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ, ਪਰ ਪ੍ਰਦਰਸ਼ਨ ਦੇ ਵਿੱਚ ਉਸ ਦੀ ਭੂਮਿਕਾ ਦੇ ਕਾਰਨ ਉਸ ਨੂੰ ਇੱਕ ਵੱਖਰੇ ਕੇਸ ਵਿੱਚ 6 ਮਹੀਨੇ ਤੋਂ ਬਾਅਦ ਦੀ ਜੇਲ੍ਹ ਕੱਟਣੀ ਪਈ। ਪੂਰੇ ਮਾਮਲੇ ਦੇ ਵਿੱਚ ਚਾਓ ਦੇ 2021 ਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਸ ਨੂੰ ਬਾਕਾਇਦਾ ਪੁਲਿਸ ਕੋਲ ਰਿਪੋਰਟ ਕਰਨੀ ਪਈ। ਉਸ ਨੇ ਇੱਕ ਇੰਸਟਾਗ੍ਰਾਮ ਪੋਸਟ ਦੇ ਉੱਤੇ ਕਿਹਾ ਹੈ ਕਿ ਦਬਾਅ ਦੇ ਕਾਰਨ ਉਸ ਨੂੰ ਮਾਨਸਿਕ ਬਿਮਾਰੀ ਹੋ ਗਈ ਹੈ ਅਤੇ ਉਸ ਨੂੰ ਹਾਂਗਕਾਂਗ ਵਾਪਸ ਨਾ ਆਉਣ ਦਾ ਫੈਸਲਾ ਕਰਨਾ ਪਿਆ। 2020 ਦੇ ਵਿੱਚ ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਉਸ ਦੇ ਉੱਤੇ ਬਹੁਤ ਸਾਰੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਗ੍ਰਿਫਤਾਰ ਕੀਤਾ ਗਿਆ। ਸਵੈ ਗਲਾਵਤਨ ਲਈ ਮਜਬੂਰ ਕੀਤਾ ਗਿਆ ਤਾਂ ਜੋ ਚੁੱਪ ਰਿਹਾ ਜਾ ਸਕੇ। ਹਾਂਗਕਾਂਗ ਦੀ ਲੋਕਤੰਤਰ ਪੱਖੀ ਲਹਿਰ ਦਾ ਦਮਨ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ 1997 ਦੇ ਵਿੱਚ ਸਾਬਕਾ ਬ੍ਰਿਟਿਸ਼ ਕਲੋਨੀ ਨੂੰ ਚੀਨ ਦੇ ਵਿੱਚ ਵਾਪਸ ਆਉਣ ਵੇਲੇ ਸੁਤੰਤਰਤਾਵਾਂ ਦਾ ਵਾਅਦਾ ਕੀਤਾ ਗਿਆ ਸੀ, ਪਰ ਬੀਜਿੰਗ ਅਤੇ ਹਾਂਗਕਾਂਗ ਨੇ ਅਰਧ ਖੁਦ ਮੁਖਤਿਆਰ ਚੀਨੀ ਸ਼ਹਿਰ ਦੇ ਵਿੱਚ ਸਥਿਰਤਾ ਵਾਪਸ ਲਿਆਉਣ ਦੇ ਤੌਰ ਤੇ ਸੁਰੱਖਿਆ ਕਾਨੂੰਨ ਦੀ ਸ਼ਲਾਘਾ ਕੀਤੀ। ਚਾਓ ਨੇ ਕਿਹਾ ਹੈ ਕਿ ਜੁਲਾਈ ਦੇ ਵਿੱਚ ਅਧਿਕਾਰੀਆਂ ਨੇ ਕੈਨੇਡਾ ਵਿੱਚ ਪੜ੍ਹਨ ਲਈ ਉਸ ਦਾ ਪਾਸਪੋਰਟ ਇਸ ਸ਼ਰਤ ਤੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ ਕਿ ਉਹ ਉਹਨਾਂ ਦੇ ਨਾਲ ਚੀਨ ਦੀ ਮੇਨਲੈਂਡ ਦੀ ਯਾਤਰਾ ਕਰੇਗੀ। ਉਸਨੇ ਕਿਹਾ ਕਿ ਉਸਨੇ ਸਹਿਮਤੀ ਦਿੱਤੀ ਅਤੇ ਅਗਸਤ ਦੇ ਵਿੱਚ ਆਪਣੀ ਯਾਤਰਾ ਤੇ ਚੀਨ ਦੀਆਂ ਪ੍ਰਾਪਤੀਆਂ ਤੇ ਤਕਨੀਕੀ ਦਿੱਗਜ ਟੈਂਸੈਂਟ ਦੇ ਮੁੱਖ ਦਫ਼ਤਰ ਤੇ ਇੱਕ ਪ੍ਰਦਰਸ਼ਨੀ ਦਾ ਦੌਰਾ ਕੀਤਾ। ਬਾਅਦ ਦੇ ਵਿੱਚ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਵਾਪਸ ਕਰ ਦਿੱਤਾ। ਹਾਂਗਕਾਂਗ ਦੀ ਸਥਿਤੀ, ਉਸ ਦੀ ਸੁਰੱਖਿਆ ਅਤੇ ਉਸ ਦੀ ਸਿਹਤ ਦੇ ਵਿਚਾਰ ਤੋਂ ਬਾਅਦ ਚਾਓ ਨੇ ਕਿਹਾ ਹੈ ਕਿ ਸ਼ਾਇਦ ਦੁਬਾਰਾ ਹਾਂਗਕਾਂਗ ਵਾਪਸ ਨਾ ਜਾਵੇ। 17 ਦਿਨਾਂ ਦੇ ਲੰਬੇ ਸਿਲਕਿਆਰਾ ਸੁਰੰਗ ਬਚਾਅ ਕਾਰਜਾਂ ਦੀ ਸਫਲਤਾ ਤੋਂ ਬਾਅਦ ਆਸਟ੍ਰੇਲੀਆ ਦੇ ਸੁਰੰਗ ਮਾਹਰ ਅਰਨੋਲਡ ਡਿਕਸ ਨੇ ਆਪਣੇ ਅਣਥੱਕ ਯਤਨਾਂ ਲਈ ਪ੍ਰਸਿੱਧੀ ਹਾਸਲ ਕੀਤੀ ਹੈ। ਅਰਨੋਲਡ ਡਿਕਸ ਨੇ 41 ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਤੇ ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਡਿਕਸ ਨੇ ਇਹਨਾਂ 17 ਦਿਨਾਂ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ। ਉਹਨਾਂ ਦੱਸਿਆ ਹੈ ਕਿ 41 ਮਜ਼ਦੂਰਾਂ ਨੂੰ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਕਿੰਨਾ ਪੇਚੀਦਾ ਕੰਮ ਸੀ। Before I arrived here, I knew that this region was the most sacred area for the Hindu people. And I also knew that the purpose of this tunnel was to allow pilgrims to go between the sacred temples, the four sacred temples. So for me, there was no doubt at all that this mission, the mission to rescue these tunnellers, had an epic dimension to it. We've got a mountain that I thought was unhappy, and there was a spiritual dimension to this, and this was part of it. But that didn't detract from the technical difficulty. To achieve our mission, we had to be focused and bring the best engineering to the table, which we did, because the best engineers from India were here, the best technologies were here, everything was here, and respectful. Have some humility. It's a Himalayan mountain. I mean, doesn't get any bigger than that. So humility and sensitivity and harmony with the mountain for doing the rescue. ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਅੱਜ ਸਾਈਫਰ ਕੇਸ ਦੀ ਸੁਣਵਾਈ ਅਡਿਆਲਾ ਜੇਲ੍ਹ ਅਤੇ ਅਲ ਕਾਦਿਰ ਟਰਸਟ ਕੇਸ ਦੀ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਹੋਈ, ਜਿਸ ਦੇ ਬਾਰੇ ਜਾਣਕਾਰੀ ਦਿੰਦਿਆਂ ਇਮਰਾਨ ਖਾਨ ਦੇ ਵਕੀਲ ਨਈਮ ਹੈਦਰ ਨੇ ਕਿਹਾ ਕਿ ਬਾਹਰੀ ਧਮਕੀਆਂ ਦੇ ਚਲਦਿਆਂ ਸਰਕਾਰ ਪਲਟ ਕੇ ਇਮਰਾਨ ਖਾਨ ਤੇ ਪੁੱਠੀ FIR ਦਰਜ ਕਰਾਉਣ ਗੈਰ ਸੰਵਿਧਾਨਿਕ ਕੰਮ ਕਰਨ ਵਾਲੇ ਮੌਜਾਂ ਲੁੱਟ ਰਹੇ ਨੇ। ਅਲ ਕਾਦਿਰ ट्रस्ट ਦੇ ਲੋਕ ਭਲਾਈ ਦੇ ਕੰਮ ਦਾ नतीजा भुगत रहे हैं। जब हम कहते थे कि इमरान खान साहब की जान को खतरा है, उनके ऊपर वजीराबाद में हमला हुआ है, वो जख्मी भी हैं, 26 घंटे ऑपरेशन भी किया गया जमान पार्क में और मजबूर करके उन्हें जनाब कहा गया कि आप आएँ और वो पेश होते रहे मुख्तलिफ कोर्ट्स में। उस वक्त हमने दरखास्तें दी थी, इस्लामाबाद हाई कोर्ट में भी दरखास्त दी थी कि सिक्योरिटी फराम की जाए, लेकिन सिक्योरिटी फराम नहीं की गई और ना ही उस दरखास्त के ऊपर फैसला दिया गया इस्लामाबाद हाई कोर्ट में। अभी तक वो मामला ज़ेर इल्तवा है। और ये अब कहते हैं कि उस वक्त क्योंकि आप कहते थे कि सिक्योरिटी रीजन है तो इसलिए
आप खुद कहते थे, तो लिहाजा सिक्योरिटी की वजह से हम पेश नहीं करते। तो क्या आपने हमारी ये बात उस वक्त तस्लीम की थी? क्या आपने हमारी बात को एडमिट करते हुए सिक्योरिटी दी थी? जब उस वक्त सिक्योरिटी नहीं दी थी तो ये बात तो आपकी बनती ही नहीं है। दूसरे नंबर पर, जिस तरह से ये ट्रायल चलाया जा रहा है, ये नहीं चलाया जा सकता। अदालत हुक्म देती है जनाब कि अब ओपन ट्रायल होगा जेल के अंदर। इसे ओपन ट्रायल कहते हैं। लास्ट हियरिंग के ऊपर आपने देखा कि वकला की लिस्ट 14 लोगों की लिस्ट दी गई, लेकिन 7 को अलाउ किया गया। साफी जो हैं घंटों खड़े रहे। 3 साफियों को इजाजत दी जब समाअत जो है खत्म हो चुकी थी। आम पब्लिक की कोई इजाजत नहीं थी। कोई 8-10 नामालूम अफराद वहां पर बिठाए हुए थे, उनको शो किया हुआ था कि ये पब्लिक है। तो ऐसे केस चल सकता है? केस ऐसे चलते हैं? हम ऐसे ट्रायल को नहीं मानते। और दूसरे नंबर पर अलकादर ट्रस्ट केस, जिसमें हमने पोस्ट अरेस्ट बेल जो है वो फाइल की थी खान साहब की तरफ से, उसकी भी आज समाअत है। दोनों केसेस के बारे में थोड़ा सा बताना चाहूंगा। पहला केस, अमेरिका ने धमकी दी, इमरान खान की हुकूमत गिरा दी गई और साथ ही उनके ऊपर मुकदमा भी यह दर्ज कर दिया गया। लेकिन अगर देखा जाए, जिन लोगों ने गिराई वो कहां हैं? मजे कर रहे हैं। उन्होंने 16 महीने हुकूमत की। ਕਰੀਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿੱਚ ਸਥਿਤ ਪ੍ਰੋਸੈਸ ਮੀਟ ਦੀ ਫੈਕਟਰੀ ਦੇ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮੇ ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ ਤੇ ਬੈਠੇ ਨੇ। ਫਿਲਹਾਲ ਉਹ ਧਰਨਾ ਨਿਰੰਤਰ ਜਾਰੀ ਹੈ ਕਿਉਂਕਿ ਪਿਛਲੇ 15-20 ਸਾਲਾਂ ਤੋਂ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸੀ ਅਤੇ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ। ਉਹਨਾਂ ਦੀ ਸੰਸਥਾ USB ਉਹਨਾਂ ਦੇ ਵੱਲੋਂ ਕਾਨੂੰਨੀ ਚਾਰਾਜੋਈ ਵੀ ਕਰ ਰਹੀ ਹੈ। ਬੀਤੇ ਕੱਲ ਇਹਨਾਂ ਵੀਰਾਂ ਦੇ ਵੱਲੋਂ ਇਟਲੀ ਦੇ ਕਰੀਮੋਨਾ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਕੀਤਾ ਗਿਆ। ਜਨਤਕ ਸੰਸਥਾ ਦੇ ਮੁਤਾਬਿਕ ਲੰਬਰਦਾਰੀਆ ਸੂਬੇ ਤੋਂ ਪੰਜਾਬੀ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ। ਇਸ ਤੋਂ ਇਲਾਵਾ ਲੰਬਾਰਦੀਆ ਸੂਬੇ ਦੇ USB ਦੇ ਮੈਂਬਰਾਂ ਨੇ ਵੀ ਉਹਨਾਂ ਨੂੰ ਭਰਪੂਰ ਸਾਥ ਦਿੱਤਾ ਹੈ। ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੇਖ ਕੇ ਹੋਰਨਾਂ ਭਾਈਚਾਰਿਆਂ ਦੇ ਲੋਕ ਵੀ ਇਹਨਾਂ ਦੇ ਨਾਲ ਧਰਨਾ ਪ੍ਰਦਰਸ਼ਨ ਕਰਨ ਦੇ ਵਿੱਚ ਸ਼ਾਮਿਲ ਹੋਏ। ਇਹ ਵੀਰ ਜਿਵੇਂ ਪਿਛਲੇ 45 ਦਿਨਾਂ ਤੋਂ ਰੋਸ ਪ੍ਰਦਰਸ਼ਨ ਤੇ ਧਰਨਾ ਦੇ ਰਹੇ ਸਨ, ਇਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ 45 ਦਿਨਾਂ ਤੱਕ ਕੋਈ ਵੀ ਆਪਣੀ ਆਵਾਜ਼ ਨਹੀਂ ਚੁੱਕਦਾ, ਜਦੋਂ ਕਿ ਤੁਸੀਂ ਇੱਥੇ ਧਰਨੇ ਦੌਰਾਨ ਮਜ਼ਬੂਤ ਹੋਣ ਦੇ ਸਬੂਤ ਦੇ ਰਹੇ ਹੋ, ਕਸਰਤ ਕਰ ਰਹੇ ਹੋ ਤੇ ਦੌੜ ਲਗਾ ਰਹੇ ਹੋ। ਅਰਬੀ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਗੱਲ ਦੀ ਬਹੁਤ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਚੁੱਕਣਾ ਸਾਡਾ ਅਧਿਕਾਰ ਹੈ ਅਤੇ ਤੁਹਾਡਾ ਸਾਥ ਦੇਣਾ ਵੀ ਸਾਡਾ ਫਰਜ਼ ਬਣਦਾ ਹੈ। ਇਸ ਵਿਸ਼ਾਲ ਮੁਜ਼ਾਹਰੇ ਦੌਰਾਨ ਪੰਜਾਬੀ ਭਾਈਚਾਰੇ ਅਤੇ USB ਸੰਸਥਾ ਦੇ ਵੱਲੋਂ ਪਹੁੰਚੇ ਵਕੀਲਾਂ ਅਤੇ ਮੁਖੀਆਂ ਨੇ ਮੁਜ਼ਾਹਰੇ ਦੇ ਵਿੱਚ ਪਹੁੰਚੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਉਹਨਾਂ ਦੇ ਹੱਕਾਂ ਲਈ ਜਾਗਰੂਕ ਹੋਣ ਦਾ ਹੋਕਾ ਦਿੱਤਾ। ਅੰਤ ਵਿੱਚ ਪੰਜਾਬੀ ਭਾਈਚਾਰੇ ਨੇ ਮੁਜ਼ਾਹਰੇ ਦੇ ਵਿੱਚ ਹਿੱਸਾ ਲੈਣ ਲਈ ਦੂਰੋਂ ਪਹੁੰਚੇ ਸਾਰੇ ਭਾਈਚਾਰਿਆਂ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਮੰਗਾਂ ਤੇ ਖੜਨ ਦਾ ਸੱਦਾ ਦਿੱਤਾ। ਇਟਾਲੀਅਨ ਇੰਡੀਅਨ ਪ੍ਰੈਸ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਉਹਨਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਧੰਨਵਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਉਮੀਦ ਕਰਦੇ ਨੇ ਕਿ ਇਸ ਰੋਸ ਮੁਜ਼ਾਹਰੇ ਦੇ ਨਾਲ ਉਹਨਾਂ ਦੀ ਆਵਾਜ਼ ਜ਼ਰੂਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ। ਬੁਲੇਟਿਨ ਦੇ ਅਖੀਰ ਵਿੱਚ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। फ्रांस की राजधानी पेरिस विच छुरेबाजी की घटना, एक दी मौत ते 2 व्यक्ति जख्मी। पुलिस ने हमलावर नूं कीता गिरफ्तार। इंडोनेशिया च ज्वालामुखी फटन नाल 11 पर्वत आरोहियां दी मौत। इलाके दे विच हाई अलर्ट, नेड़े इलाके दे विच आवाजाही उत्ते लगी रोक। पाकिस्तान ਅਤੇ ਅਫਗਾਨਿਸਤਾਨ 'ਚ ਸਰਹੱਦੀ ਲਾਂਘੇ ਨੂੰ ਕੀਤਾ ਗਿਆ ਬੰਦ। ਬਿਨਾਂ ਪਾਸਪੋਰਟ ਤੇ ਵੀਜ਼ਾ ਦੇ ਅਫਗਾਨ ਨਾਗਰਿਕਾਂ ਨੂੰ ਸਰਹੱਦ ਪਾਰ ਨਹੀਂ ਮਿਲੇਗਾ ਦਾਖਲਾ। ਸੋ ਵਰਲਡ ਨਿਊਜ਼ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।